ਹਰੇਕ ਬੰਦਾ ਸਿਆਸੀ ਰੋਟੀ ਸੇਕਦਾ। ਸਿੱਖ ਸਾਰੇ ਹੀ ਨੇ, ਕੋਈ ਜ਼ਰੂਰੀ ਨਹੀਂ ਹੈਗਾ ਕਿ ਕਿਸੇ ਖਾਸ ਰਾਜਨੀਤਿਕ ਪਾਰਟੀ ਨਾਲ ਜੁੜ ਕੇ ਹੀ ਬੰਦਾ ਸਿੱਖ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿੱਦਾਂ ਦਾ ਰੁਖ ਅਖਤਿਆਰ ਕਰਦਾ, ਜਾਂ ਚੋਣਾਂ ਆਉਣਗੀਆਂ ਤਾਂ ਫਿਰ ਐਸਜੀਪੀਸੀ ਦਾ ਮੁੱਦਾ ਉਠਾਇਆ ਜਾਊਗਾ, ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਉਠਾ ਕੇ ਫਿਰ ਆਪਣੇ ਆਪ ਨੂੰ ਪਾਕ ਸਾਫ਼ ਕਰਨ ਦੀ ਗੱਲ ਕੀਤੀ ਜਾਊਗੀ। ਉਹ ਸਾਰੇ ਲੋਕ ਹੁਣ ਦੇਖਣਗੇ, ਸਿਆਣੇ ਨੇ। ਜਦੋਂ ਮੌਕਾ ਆ ਹੁਣ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਸੀ, ਇਹ ਦਬਾਅ ਬਣਾਉਣਾ ਚਾਹੀਦਾ ਸੀ ਲੌਂਗੋਵਾਲ ਸਾਹਿਬ 'ਤੇ ਕਿ ਤੁਸੀਂ ਫੌਜਦਾਰੀ ਇਹਨਾਂ 'ਤੇ ਮੁਕੱਦਮਾ ਦਰਜ ਕਰਾਓ। ਤੁਸੀਂ ਕਿਵੇਂ ਦੇਖਦੇ ਹੋ ਕਿ ਸੁਮੇਧ ਸਿੰਘ ਸੈਣੀ ਹੁਣ ਗ੍ਰਿਫਤਾਰੀ ਹੋ ਸਕਦੀ ਹੈ? ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਤੋਂ ਬਚਣ ਲਈ ਕੋਈ ਰਾਹ ਨਹੀਂ ਹੋਊਗਾ, ਜਾਂ ਕੋਈ ਹੱਥ ਕੰਡੇ ਨਹੀਂ ਅਪਣਾਉਣਗੇ, ਜਾਂ ਇੱਦਾਂ ਦੀ ਕੋਈ ਤਰਕੀਬ ਜੁਗਾੜ ਨਹੀਂ ਹੋਊਗਾ, ਐਸੀ ਗੱਲ ਨਹੀਂ ਹੋ ਸਕਦੀ। ਲੋਕਰਣ ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਭਖਦੇ ਮੁੱਦਿਆਂ ਦੇ ਉੱਪਰ, ਤੇ ਇਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਹਿਲਾਂ ਐਸਜੀਪੀਸੀ ਦੇ ਜਿਹੜੇ ਸਰੂਪ ਗਬਨ ਮਾਮਲੇ ਦੇ ਵਿੱਚ ਰਿਪੋਰਟ ਜਨਤਕ ਕੀਤੀ ਹੈ ਉਹਦੇ ਵਿੱਚ ਕੀ ਕੁਝ ਕਿਹਾ। ਬਾਅਦ ਦੇ ਵਿੱਚ ਗੱਲਬਾਤ ਕਰਾਂਗੇ ਜਿਹੜੀ ਸੁਮੇਧ ਸਿੰਘ ਸੈਣੀ ਦੀ ਅੱਜ ਜ਼ਮਾਨਤ ਰੱਦ ਹੋਈ ਹੈ ਉਸ ਮਾਮਲੇ 'ਤੇ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕੱਲ੍ਹ ਰਿਆਇਤਾਂ ਦਿੱਤੀਆਂ ਗਈਆਂ ਨੇ ਪੰਜਾਬ ਦੇ ਲੋਕਾਂ ਦੀ, ਇਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਪਰਮਿੰਦਰ ਸਿੰਘ ਦਾ ਸਵਾਗਤ ਕਰ ਲੈਂਦੇ ਹਾਂ। ਪਰਮਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਸੁਖਵਿੰਦਰ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਪਰਮਿੰਦਰ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਜਿਹੜੀ ਐਸਜੀਪੀਸੀ ਦੇ ਵੱਲੋਂ ਜਿਹੜੀ ਰਿਪੋਰਟ ਜਨਤਕ ਕੀਤੀ ਗਈ ਹੈ, ਉਹ ਤਾਂ ਕੀਤੀ ਹੀ ਗਈ ਹੈ, ਵੱਖਰੀ ਕਿਸਮ ਦਾ ਉਹਨਾਂ ਨੇ ਦੱਸਤਾ ਕਿ ਮੁੱਦਾ ਕੀ ਸੀਗਾ। ਤੇ ਪਰ ਇੱਕ ਗੱਲ ਹੋਰ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਹਨਾਂ ਨੇ ਕਹਿਤਾ ਕਿ ਜਿਹੜੀ ਸਜ਼ਾ ਜਿਹੜੇ ਦੋਸ਼ੀ ਰਿਪੋਰਟ ਦੇ ਵਿੱਚ ਪਾਏ ਗਏ ਨੇ, ਜਿਹੜੀ ਸਜ਼ਾ ਉਹਨਾਂ ਨੂੰ ਐਸਜੀਪੀਸੀ ਦੇਵੇਗੀ। ਕਿ ਹੁਣ ਮੰਨ ਲਿਆ ਜਾਵੇ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਪਰਚਾ ਦਰਜ ਨਹੀਂ ਹੋਇਆ ਕਰੂਗਾ? ਦੇਖੋ, ਜਿੱਥੇ ਤੱਕ ਸੁਖਵਿੰਦਰ ਆਪਾਂ ਗੱਲ ਕਰਦੇ ਹਾਂ ਕਿ ਰਿਪੋਰਟ ਜੋ ਜਨਤਕ ਕੀਤੀ ਗਈ ਆ, ਉਹ 10 ਪੰਨਿਆਂ ਦੀ ਰਿਪੋਰਟ ਜਿਹੜੀ ਦੱਸੀ ਜਾ ਰਹੀ ਆ। 3 ਮੈਂਬਰਾਂ ਨੇ ਜਿਹੜੇ ਸਾਈਨ ਕੀਤੇ ਨੇ ਉਹਦੇ 'ਤੇ ਕਮੇਟੀ ਦੇ, ਅਤੇ ਉਹ ਜਨਤਕ ਤਾਂ ਕਰ ਦਿੱਤੀ ਗਈ ਆ। ਉਹਦੇ ਵਿੱਚ ਕੁਛ ਕੁ ਬੰਦੇ ਜਿਹੜੇ ਹੈਗੇ ਆ, ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ, ਉਹਨਾਂ ਦਾ ਦੋਸ਼ ਕੀ ਸੀ, ਉਹ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ। ਅਤੇ 1000 ਪੰਨਿਆਂ ਦੀ ਰਿਪੋਰਟ ਆ ਜਿਹੜੀ ਫਿਲਹਾਲ ਉਹ ਜਨਤਕ ਨਹੀਂ ਹੋਈ। ਉਹਦੇ ਵਿੱਚ ਇਹ ਕਹਿ ਲਓ ਕਿ ਜਾਂ ਤਾਂ ਉਹਦੇ ਵਿੱਚੋਂ ਮੇਨ ਚੀਜ਼ਾਂ ਚੱਕ ਕੇ ਇਹਨਾਂ ਨੇ 10 ਪੰਨਿਆਂ ਦੀ ਬਣਾਈ ਆ, ਅਤੇ ਜਾਂ ਫਿਰ ਉਹਨੂੰ ਉਹਦੇ 'ਤੇ ਪਰਦਾ ਪਾਇਆ ਜਾ ਰਿਹਾ। ਗੱਲ ਤਾਂ ਇੱਕੋ ਹੀ ਆ ਵੀ ਦੋਵਾਂ 'ਚੋਂ ਇੱਕ ਗੱਲ ਹੈ। ਅਤੇ ਜੇ ਮੰਨ ਲਿਆ ਜਾਵੇ ਕਿ 10 ਪੰਨਿਆਂ ਦੇ ਵਿੱਚ ਮੇਨ ਗੱਲਾਂ ਸਾਰੀਆਂ ਆ ਗਈਆਂ, ਤਾਂ ਉਹ 1000 ਪੰਨਿਆਂ ਦੀ ਰਿਪੋਰਟ ਜਨਤਕ ਕਰਨ 'ਚ ਕੋਈ ਹਰਜ ਵੀ ਨਹੀਂ ਸੀਗਾ, ਉਹ ਕਰ ਦੇਣੀ ਚਾਹੀਦੀ ਸੀ। ਦੂਜੀ ਗੱਲ ਇਹ ਹੈ ਕਿ ਜੇ ਉਹਦੇ 'ਤੇ ਪਰਦਾ ਪਾਇਆ ਜਾ ਰਿਹਾ ਤਾਂ ਕਿਉਂ ਪਾਇਆ ਜਾ ਰਿਹਾ, ਕਿਹਨਾਂ ਲੋਕਾਂ ਨੂੰ ਬਚਾਇਆ ਜਾ ਰਿਹਾ, ਉਹ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਹੋ ਸਕਦਾ ਸੱਚ ਜਿਹੜਾ ਸਾਹਮਣੇ ਆ ਜਾਏ। ਕਿਉਂਕਿ ਦੇਖੋ, ਜਿਸ ਬੰਦੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪਾਂ ਦੇ ਬਾਰੇ ਗੱਲ ਹੋਈ ਆ, ਜਾਂ ਮਾਮਲਾ ਉੱਠਿਆ, ਇਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਘੁਟਾਲਾ ਘਪਲਾ ਕਹਿ ਲਓ ਵੀ ਇੱਥੇ ਵੀ ਹੋ ਗਿਆ, ਤਾਂ ਜਿਨ੍ਹਾਂ ਬੰਦਿਆਂ ਦੇ ਉੱਤੇ ਦੋਸ਼ ਲੱਗੇ ਨੇ, ਜੇ ਉਹ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਬੇਦੋਸ਼ੇ ਹਾਂ, ਅਸੀਂ ਨਿਰਦੋਸ਼ ਮਾਰੇ ਗਏ, ਤਾਂ ਉਹ ਚੁੱਪ ਬੈਠਣ ਵਾਲੇ ਤਾਂ ਹੈ ਨਹੀਂ। ਆਉਣ ਵਾਲੇ ਸਮੇਂ 'ਚ ਉਹ ਵੀ ਕੁਝ ਖੁਲਾਸਾ ਕਰ ਸਕਦੇ ਆ। ਡਾਕਟਰ ਰੂਪ ਸਿੰਘ ਨੇ ਵੀ ਚਿੱਠੀ ਲੈ ਕੇ ਇਸ ਰਿਪੋਰਟ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਤੇ। ਭਾਈ ਗੋਬਿੰਦ ਸਿੰਘ ਲੌਂਗੋਵਾਲ 'ਤੇ ਵੀ ਸਵਾਲ ਖੜੇ ਕਰਤੇ। ਉਹਨਾਂ ਨੇ ਚੈਲੰਜ ਕਰਤਾ ਕਿ ਕਹਿੰਦੇ ਜੇ ਮੈਂ ਦੋਸ਼ੀ ਸੀ ਤਾਂ ਮੇਰਾ ਅਸਤੀਫਾ ਪ੍ਰਵਾਨ ਕਰਕੇ ਮੇਰੇ 'ਤੇ ਕਾਰਵਾਈ ਕਿਉਂ ਨਹੀਂ ਕੀਤੀ? ਬਿਲਕੁਲ, ਦੇਖੋ, ਦੋਸ਼ ਲੱਗੇ ਆ ਤਾਂ ਦੋਸ਼ਾਂ ਦਾ ਜਵਾਬ ਦੇਣਾ ਤਾਂ ਬਣਦਾ ਹੀ ਹੈ ਨਾ। ਅਤੇ ਹੌਲੀ ਜਿੱਦਾਂ ਹੁਣ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਮੇਰੇ 'ਤੇ ਕਾਰਵਾਈ ਕਿਉਂ ਨਹੀਂ ਕੀਤੀ, ਮੈਨੂੰ ਜੋ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਮੈਨੂੰ ਅਸਤੀਫਾ ਪ੍ਰਵਾਨ ਕਰਕੇ ਮੇਰੇ 'ਤੇ ਕਾਰਵਾਈ ਕਰਨੀ ਚਾਹੀਦੀ ਸੀ, ਜਾਂ ਮੈਂ ਉਸ ਵੇਲੇ ਨਹੀਂ ਸੀ, ਮੇਰੇ ਹੱਥ 'ਚ ਕੁਛ ਨਹੀਂ ਸੀਗਾ, ਜਾਂ ਕਿਹੜੇ ਬੰਦੇ ਸੀ ਜਿਨ੍ਹਾਂ ਦੇ ਹੱਥ 'ਚ ਸੀਗਾ, ਉਹ ਸਾਰਾ ਕੁਝ ਜਨਤਕ ਹੋਣਾ ਚਾਹੀਦਾ। ਔਰ ਹੋਵੇਗਾ ਵੀ ਜਦੋਂ ਨਿਰਦੋਸ਼ ਬੰਦੇ ਜਿਹੜੇ ਮੰਨ ਰਹੇ ਆਪਦੇ ਆਪ ਨੂੰ ਕਿ ਅਸੀਂ ਨਿਰਦੋਸ਼ ਆ। ਉਹਨਾਂ ਨੇ ਤਾਂ ਲੌਂਗੋਵਾਲ ਨੂੰ ਤੱਕ ਚੈਲੰਜ ਕਰਤਾ। ਜਿਹੜੀ ਚਿੱਠੀ ਲਿਖੀ ਹੈ ਉਹਦੇ ਵਿੱਚ ਥੱਲੇ ਲਿਖਿਆ ਉਹਨਾਂ ਨੇ ਕਿ ਜਿਹੜੇ ਤੁਹਾਡੀ ਕਾਰਵਾਈ ਦੀ ਉਡੀਕ ਦੇ ਵਿੱਚ ਆ ਮੈਂ, ਅਤੇ ਉਸ ਤੋਂ ਬਾਅਦ ਕਹਿੰਦਾ ਮੈਂ ਦੁਬਾਰਾ ਲੋਕਾਂ ਦੇ ਅੱਗੇ ਸਨਮੁਖ ਹੋਵਾਂ। ਹਾਂ, ਬਿਲਕੁਲ। ਦੇਖੋ, ਕਾਰਵਾਈ ਕੀ ਕਰਨੀ ਆ, ਤੁਸੀਂ ਪਹਿਲਾਂ ਗੱਲ ਕੀਤੀ ਹੋਈ ਆ ਕਿ ਯੂ ਟਰਨ ਲੈ ਕੇ ਸ਼੍ਰੋਮਣੀ ਕਮੇਟੀ ਨੇ ਕਹਿਤਾ ਕਿ ਪੁਲਿਸ FIR ਅਸੀਂ ਪੁਲਿਸ ਦੀ ਨਹੀਂ ਕਰਾਵਾਂਗੇ। ਅਤੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਆ? ਸ਼੍ਰੋਮਣੀ ਕਮੇਟੀ ਦਾ ਇਹ ਜਿਹੜਾ ਪੱਖ ਹੈ, ਇਹ ਮੈਂ ਕਹਿ ਸਕਦਾ ਕਿ ਕਲੀਅਰ ਨਹੀਂ ਹੋ ਪਾਇਆ। ਕਿਉਂ ਨਹੀਂ ਕਰਾਉਣਾ ਚਾਹੁੰਦੇ? ਦੂਜੇ ਹੋਰ ਲੋਕਾਂ ਨੂੰ ਉਹਨਾਂ ਨੇ ਉਤਸ਼ਾਹਿਤ ਕਰਨਾ ਕਿ ਇੱਦਾਂ ਦੇ ਘਪਲੇ ਕਰ ਸਕਣ ਉਹ। ਬਿਲਕੁਲ, ਜੇ ਉਹਨਾਂ ਦੇ ਉੱਤੇ ਜਿਹੜੇ ਬੰਦੇ ਹੁਣ ਦੋਸ਼ੀ ਇਹ ਮੰਨਦੇ ਨੇ, ਜੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਏਗੀ, ਕੋਈ ਲੀਗਲ ਐਕਸ਼ਨ ਨਹੀਂ ਹੋਏਗਾ, ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਹੋਏਗੀ, ਸਖਤ ਐਕਸ਼ਨ ਨਹੀਂ ਲਿਆ ਜਾਊਗਾ, ਤਾਂ ਉਹਨਾਂ ਨੇ ਕਿਹਾ ਕਿ ਮੈਂ SGPC ਐਕਟ ਦੇ ਤਹਿਤ ਸਜ਼ਾ ਦੇਵਾਂਗਾ।
ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਨਾਰਮਲ ਸਜ਼ਾ, ਕਿਸੇ ਨੂੰ ਕਹਤਾ ਜੀ ਤੁਸੀਂ ਭਾਂਡੇ ਮਾਂਜ ਦਿਓ, ਕਿਸੇ ਨੂੰ ਕੁਝ ਕਹਿਤਾ ਜੀ 2000 ਰੁਪਏ ਦਾ, ਕਿਸੇ ਨੂੰ ਜੁਰਮਾਨਾ ਲਾਤਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਫੌਜਦਾਰੀ ਕੇਸ ਵੀ ਹੋਣਾ ਚਾਹੀਦਾ ਇਸ ਮਾਮਲੇ ਦੇ ਵਿੱਚ? ਦੇਖੋ ਮੈਂ ਉਹੀ ਗੱਲ ਕਰਦਾ ਸੁਖਵਿੰਦਰ, ਜਿਹੜੀ ਗੱਲ ਹੈਗੀ ਆ ਸ਼੍ਰੋਮਣੀ ਕਮੇਟੀ ਦੀ ਸਜ਼ਾ ਦੀ, ਉਹ ਤਾਂ ਜਦੋਂ ਤੁਸੀਂ ਮੁਅੱਤਲ ਕਰਤਾ, ਕਿਸੇ ਨੂੰ ਡਿਸਮਿਸ ਕਰਤਾ, ਕਿਸੇ ਤੋਂ ਅਸਤੀਫਾ ਲੈ ਲਿਆ, ਉਹ ਤਾਂ ਸਜ਼ਾ ਉਹੀ ਆ ਨਾ, ਉਹ ਕੰਪਲੀਟ ਹੋ ਗਈ। ਵੱਧ ਤੋਂ ਵੱਧ ਕੀ ਕਰੋਗੇ? ਕਿਸੇ ਤੋਂ ਕਹਿ ਦਾਂਗੇ ਤੁਸੀਂ ਕਿਸੇ ਨੂੰ 5000 ਜੁਰਮਾਨਾ ਲਾਤਾ, ਕਿਸੇ ਨੂੰ 10 ਲਾਤਾ, ਕਿਸੇ ਨੂੰ 50 ਲਾਤਾ। ਇਹ ਕੋਈ ਗੱਲਾਂ ਨਹੀਂ ਹੁੰਦੀਆਂ। ਜਦੋਂ ਤੱਕ ਸਖਤ ਕਾਰਵਾਈ ਨਹੀਂ ਕੀਤੀ ਜਾਣੀ ਸੀ, ਤੁਸੀਂ ਇਹ ਤਾਂ ਸਿੱਧਾ ਕਹਿ ਦਿਓ, ਜਦੋਂ ਤੁਸੀਂ ਕਿਸੇ ਨੂੰ ਹਰ ਇੱਕ ਦੇ ਮਨ 'ਚ ਆਏਗਾ ਕਿ ਉਹਨਾਂ ਨੂੰ ਕੀ ਹੋ ਗਿਆ, ਉਹਨਾਂ ਦਾ ਕੀ ਵਿਗਾੜ ਲਿਆ, ਅੱਗੇ ਨੂੰ ਬੰਦਾ ਉਤਸ਼ਾਹਿਤ ਹੋਏਗਾ। ਕਾਰਵਾਈ ਹੋਣੀ ਚਾਹੀਦੀ ਸੀ, ਈਵਨ ਕਿ ਜਾਂਚ ਹੋਣੀ ਚਾਹੀਦੀ ਸੀ, ਵੱਡੇ ਲੈਵਲ ਤੱਕ ਜਾਂਚ ਹੋਣੀ ਚਾਹੀਦੀ ਸੀ। ਜਿਵੇਂ ਮੰਗ ਉੱਠੀ ਸੀ ਕਿ ਕੋਈ ਜਿਹੜੇ ਸਿਟਿੰਗ ਜੱਜਸ ਨੇ ਉਹਨਾਂ ਤੋਂ ਕਰਾਉਣੀ ਚਾਹੀਦੀ ਹੈ, ਜਾਂ CBI ਜਾਂਚ ਹੋਣੀ ਚਾਹੀਦੀ ਸੀ, ਤਾਂ ਕਿ ਅੱਗੇ ਨੂੰ ਜਿਹੜੇ ਇੱਦਾਂ ਦੀਆਂ ਕਾਰਵਾਈਆਂ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਕੋਈ ਕੰਨ ਹੁੰਦੇ, ਉਹਨਾਂ ਨੂੰ ਸਜ਼ਾ ਦਾ ਪਤਾ ਹੁੰਦਾ ਤੇ ਉਹ ਇਹੋ ਜਿਹੇ ਕਦਮ ਨਾ ਚੱਕਦੇ ਅੱਗੇ। ਇੱਕ ਗੱਲ ਹੋਰ ਹੈ ਕਿ ਰਿਪੋਰਟ ਜਨਤਕ ਹੋ ਗਈ, ਬੇਸ਼ੱਕ ਦੋਸ਼ੀ ਵੀ ਸਾਹਮਣੇ ਆ ਚੁੱਕੇ ਨੇ, ਬੇਸ਼ੱਕ ਇਹ ਵੀ ਕਹਿ ਚੁੱਕੇ ਲੌਂਗੋਵਾਲ ਕਿ ਅਸੀਂ ਆਪਣੇ ਹਿਸਾਬ ਦੇ ਨਾਲ ਸਜ਼ਾ ਦੇਵਾਂਗੇ, ਪਰ ਜਿਹੜੇ ਲੋਕ ਪਿਛਲੇ ਲੰਬੇ ਸਮੇਂ ਤੋਂ ਰੌਲਾ ਪਾ ਰਹੇ ਆ ਕਿ SGPC ਦੇ ਵਿੱਚ ਘਪਲੇ ਹੋ ਰਹੇ ਨੇ, SGPC ਦਾ ਪ੍ਰਧਾਨ ਮਨਮਰਜ਼ੀਆਂ ਕਰਦਾ, ਬਾਦਲ ਮਨਮਰਜ਼ੀਆਂ ਕਰਦਾ, ਕਿ ਉਹਨਾਂ ਨੂੰ ਨਹੀਂ ਲੋੜ ਹੈ ਰੌਲਾ ਪਾਉਣ ਦੀ ਹੁਣ ਕਿ ਭਾਈ ਤੁਸੀਂ SGPC ਦੇ ਹਿਸਾਬ ਨਾਲ ਕਿਉਂ ਸਜ਼ਾ ਦਿੰਦੇ ਹੋ, ਫੌਜਦਾਰੀ ਕੇਸ ਕਿਉਂ ਨਹੀਂ? ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਵੀ ਇੱਕ ਸਿੱਖ ਨੇ, ਕਿ ਉਹਨਾਂ ਦਾ ਵੀ ਦਖਲ ਦੇਣਾ ਨਹੀਂ ਬਣਦਾ ਇਸ ਮਾਮਲੇ ਦੇ ਵਿੱਚ? ਦੇਖੋ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੁਖਵਿੰਦਰ ਜੀ, ਇੱਥੇ ਜਦੋਂ ਜਿਹੜੀ ਆਹ ਤੁਸੀਂ ਗੱਲ ਕੀਤੀ ਹੈ ਨਾ, ਇੱਥੇ ਸਾਰਿਆਂ ਦਾ ਮਿਲਗੋਭਾ ਸਾਹਮਣੇ ਆਉਂਦਾ ਹੈ। ਹਰੇਕ ਬੰਦਾ ਸਿਆਸੀ ਰੋਟੀ ਸੇਕਦਾ ਹੈ, ਸਿੱਖ ਸਾਰੇ ਹੀ ਨੇ, ਕੋਈ ਜ਼ਰੂਰੀ ਨਹੀਂ ਹੈਗਾ ਕਿ ਕਿਸੇ ਖਾਸ ਰਾਜਨੀਤਿਕ ਪਾਰਟੀ ਨਾਲ ਜੁੜ ਕੇ ਹੀ ਬੰਦਾ ਸਿੱਖ ਹੋਏਗਾ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਕਹਿ ਲਓ ਕਿ ਉਹਦੇ ਉਪਦੇਸ਼ ਨੂੰ ਮੰਨਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਜੁੜਿਆ ਹੋਇਆ ਸਿੱਖ ਹੈਗਾ ਉਹ। ਅਤੇ ਉਹ ਜੇ ਹੁਣ ਇੱਕ ਸਿੱਖ ਹੋਣ ਦੇ ਨਾਤੇ ਹਰ ਇੱਕ ਨੂੰ ਆਵਾਜ਼ ਉਠਾਉਣੀ ਚਾਹੀਦੀ ਸੀਗੀ, ਪਰ ਇੱਥੇ ਸਾਰਾ ਕੁਝ ਇੱਥੋਂ ਤੱਕ ਕਿ ਆਪਾਂ ਦੇਖ ਹੀ ਰਹੇ ਹਾਂ ਕਿ ਆਪਣੇ ਚੈਨਲ ਵਾਸਤੇ ਅਸੀਂ ਬਹੁਤ ਸਾਰੇ ਜਿਹੜੇ SGPC ਨਾਲ ਸੰਬੰਧਿਤ ਮੈਂਬਰ ਸਾਹਿਬਾਨ ਸੀਗੇ ਜਾਂ ਉਸ ਵੇਲੇ ਆਪਣੀ ਆਵਾਜ਼ ਬੁਲੰਦ ਕਰਦੇ ਸੀਗੇ ਕਿ ਅਸੀਂ SGPC ਦਾ ਐਂ ਕਰ ਦਾਂਗੇ, ਅਸੀਂ ਦਿੱਖ ਸਵਾਰ ਦਾਂਗੇ, ਸਾਨੂੰ ਮੌਕਾ ਦਿਓ ਜੀ, ਚੋਣਾਂ ਅਲੱਗ ਲੜਨ ਦੀ ਕੋਸ਼ਿਸ਼ ਕਰਦੇ ਸੀ, ਫੋਨ ਤੱਕ ਨਹੀਂ ਚੱਕ ਰਹੇ। ਉਹ ਸਾਹਮਣੇ ਕੈਮਰੇ 'ਚ ਸਾਹਮਣੇ ਆ ਕੇ ਬਿਆਨ ਦੇਣ ਤੋਂ ਗੁਰੇਜ਼ ਕਰ ਰਹੇ ਨੇ, ਫਿਰ ਲੋਕਾਂ ਦੇ ਵਿੱਚ ਰੌਲਾ ਕਿਉਂ ਪਾਉਂਦੇ ਨੇ, ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ? ਜਦੋਂ ਮੌਕਾ ਆ ਹੁਣ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਸੀ, ਇਹ ਦਬਾਅ ਬਣਾਉਣਾ ਚਾਹੀਦਾ ਸੀ ਲੌਂਗੋਵਾਲ ਸਾਹਿਬ 'ਤੇ ਕਿ ਤੁਸੀਂ ਫੌਜਦਾਰੀ ਇਹਨਾਂ 'ਤੇ ਮੁਕੱਦਮਾ ਦਰਜ ਕਰਾਓ। ਜਿਹੜੇ ਲੋਕ ਸੱਚੀ ਮੁੱਚੀ ਦੋਸ਼ੀ ਨੇ, ਤਾਂ ਕਿ ਸੱਚ ਸਾਹਮਣੇ ਆਉਂਦਾ, ਨਿਰਦੋਸ਼ ਵੀ ਬਚਦੇ ਜਦੋਂ ਜਾਂਚ ਹੁੰਦੀ। ਜਿਹੜੇ ਹੁਣ ਕਈ ਉਹ ਬੰਦੇ ਜਿਹੜੇ ਇੱਕ ਦੋ ਸਾਹਮਣੇ ਆਉਣ ਨੂੰ ਫਿਰਦੇ ਨੇ, ਉਹ ਕਹਿੰਦੇ ਨੇ ਕਿ ਅਸੀਂ ਆਉਣ ਤੋਂ ਸਮਾਂ ਅਸੀਂ ਦੱਸਾਂਗੇ ਵੀ ਅਸੀਂ ਨਿਰਦੋਸ਼ ਹਾਂ, ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਬੈਠੇ ਨੇ ਉਹ। ਅਤੇ ਅਸਲ ਦੋਸ਼ੀ ਤੱਕ ਪਹੁੰਚ ਹੋਣੀ ਚਾਹੀਦੀ ਸੀ, ਜ਼ਰੂਰੀ ਸੀ। ਪਰ ਇਹ ਵੀ ਤੁਹਾਡੀ ਗੱਲ ਤੁਸੀਂ ਜਿਹੜੀ ਗੱਲ ਕੀਤੀ ਹੈ ਸਾਹਮਣੇ ਆ ਰਹੀ ਹੈ ਕਿ ਸਾਰੇ ਐਂ ਕਹਿ ਲਓ ਕਿ ਇੱਕੋ ਥਾਲੀ ਦੇ ਚੱਟੇ ਬੱਟੇ ਨਜ਼ਰ ਆ ਰਹੇ ਨੇ ਹੁਣ ਇਸ ਟਾਈਮ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿੱਦਾਂ ਦਾ ਰੁਖ ਅਖਤਿਆਰ ਕਰਦਾ, ਜਾਂ ਚੋਣਾਂ ਆਉਣਗੀਆਂ ਤਾਂ ਫਿਰ SGPC ਦਾ ਮੁੱਦਾ ਉਠਾਇਆ ਜਾਊਗਾ, ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਉਠਾ ਕੇ ਫਿਰ ਆਪਣੇ ਆਪ ਨੂੰ ਪਾਕ ਸਾਫ਼ ਕਰਨ ਦੀ ਗੱਲ ਕੀਤੀ ਜਾਊਗੀ। ਉਹ ਸਾਰੇ ਲੋਕ ਹੁਣ ਦੇਖਣਗੇ, ਸਿਆਣੇ ਨੇ। ਤਾਂ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਇੱਥੇ ਹੀ ਰੁਕ ਜਾਊਗਾ ਕਿ ਦੁਬਾਰਾ ਵੀ ਇਹ ਮਾਮਲਾ ਤੂਲ ਫੜ ਸਕਦਾ? ਨਹੀਂ ਫੜੇਗਾ ਜੀ, ਚੋਣਾਂ ਆਉਣ ਦਿਓ, ਤੁਸੀਂ ਕਿਉਂ ਨਹੀਂ ਫੜੇਗਾ? ਇਹ ਤਾਂ ਇੱਕ ਅੱਜ ਦੇ ਸਮੇਂ ਕਿਉਂ ਚੁੱਪ ਹੋ ਗਏ ਨੇ ਇਹ ਬਾਕੀ ਜਿਹੜੇ SGPC ਨੂੰ ਮਾੜਾ ਕਹਿੰਦੇ ਸੀ, ਜਾਂ SGPC ਦੀ ਕਾਰਵਾਈ ਤੇ ਕਾਰਗੁਜ਼ਾਰੀ ਦੇ ਉੱਤੇ ਕੁਐਸਚਨ ਉਠਾਉਂਦੇ ਸੀ, ਚੁੱਪ ਕਿਉਂ ਨੇ? ਉਹ ਸਿਰਫ ਸਮੇਂ ਦੀ ਭਾਲ 'ਚ ਨੇ। ਇਹ ਸਮਾਂ ਆਏਗਾ, ਚੋਣਾਂ ਨੇੜੇ ਆਉਣਗੀਆਂ, ਫਿਰ ਡੁਗਡੁਗੀ ਵਜਾਉਣ ਵਾਸਤੇ ਸਾਹਮਣੇ ਆ ਜਾਣਗੇ। ਚਾਹੀਦਾ ਤਾਂ ਇਹ ਸੀ ਨਾ ਕਿ ਹੁਣ ਸਾਹਮਣੇ ਆਉਣ, ਹੁਣ ਗੱਲ ਕਰਨੀ ਬਣਦੀ ਸੀਗੀ ਉਹਨਾਂ ਦੀ। ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸਰੂਪਾਂ ਦਾ ਹੈ, ਇਹ ਕੋਈ ਕਿਸੇ ਦਾ ਪਰਸਨਲੀ ਮਾਮਲਾ ਤਾਂ ਹੈ ਹੀ ਨਹੀਂ, ਕਿਸੇ ਨਾਲ ਨਿੱਜੀ ਕਿੜ ਥੋੜ੍ਹੀ ਆ, ਕੋਈ ਪੋਲੀਟੀਕਲ ਏਜੰਡਾ ਥੋੜ੍ਹੀ ਹੈ, ਕਿਸੇ ਨੂੰ ਕਿਸੇ ਨੂੰ ਨੀਵਾਂ ਦਿਖਾਉਣਾ ਜਾਂ ਕਿਸੇ ਦੀ ਪੱਖਪਾਤ ਕਰਨਾ। ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਈ ਸੀ, ਜਦੋਂ ਬਰਗਾੜੀ ਕਾਂਡ ਹੋਇਆ ਜਾਂ ਕੁਛ ਹੋਇਆ, ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਹੀ ਗੱਲ ਸੀਗੀ, ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸੀਗਾ। ਹੁਣ ਵੀ ਲੋੜ ਹੈ, ਇਕੱਠੇ ਹੋ ਸਕਦੇ ਨੇ। ਇਹ ਗ੍ਰੰਥੀ ਸਿੰਘਾਂ ਦਾ ਮਾਮਲਾ ਬੜਾ ਭਖਿਆ ਹੋਇਆ ਸੀਗਾ, ਕਹਿੰਦੇ ਹੁਣ ਉਹ ਨਿਬੇੜ ਦਿੱਤਾ ਗਿਆ, ਉਹ ਕਿਵੇਂ ਨਿਬੇੜਿਆ ਗਿਆ? ਉਹ ਰਾਗੀ ਸਿੰਘਾਂ ਦਾ ਮਾਮਲਾ ਸੀਗਾ, ਜਿਹੜਾ ਹੈੱਡ ਗ੍ਰੰਥੀ ਸਾਹਿਬ ਨੇ ਉਹਨਾਂ 'ਤੇ ਦੋਸ਼ ਸੀਗੇ, ਹੈੱਡ ਗ੍ਰੰਥੀ ਜਗਤਾਰ ਸਿੰਘ ਉਹਨਾਂ 'ਤੇ, ਅਤੇ ਕਿ ਉਹ ਜਿਹੜੇ ਹੈਗੇ ਆ ਉਹਨਾਂ ਨਾਲ ਬਦਤਮੀਜ਼ੀ ਨਾਲ ਬੋਲਦੇ ਨੇ, ਜਾਂ ਚੱਲਦੇ ਕੀਰਤਨ ਨੂੰ ਰੁਕਾਵਟ ਪਾਉਂਦੇ ਨੇ, ਜਾਂ ਸ਼ਬਦ ਪੜ੍ਹਨ ਤੋਂ ਰੋਕ ਦਿੰਦੇ ਨੇ, ਕੋਈ ਸਪੈਸ਼ਲ ਸ਼ਬਦ ਪੜ੍ਹਨ ਲਈ ਕਿਹਾ ਜਾਂਦਾ ਹੁੰਦਾ, ਅਤੇ ਜਾਂ ਝੋਲੀਆਂ ਉਹਨਾਂ ਦੀਆਂ ਚੈੱਕ ਕਰੀਆਂ ਜਾਂਦੀਆਂ ਸੀਗੀਆਂ, ਅਤੇ ਟਾਈਮ ਨਹੀਂ ਸੀ ਦਿੱਤਾ ਜਾਂਦਾ ਹੁੰਦਾ, ਸਾਰੇ ਰਾਗੀਆਂ ਨਾਲ ਬਰਾਬਰ ਦਾ ਜਿਹੜਾ ਹੈਗਾ ਵਰਤਾਵ ਨਹੀਂ ਕੀਤਾ ਜਾਂਦਾ ਸੀਗਾ। ਸੋ ਇਸ ਤਰ੍ਹਾਂ ਦੇ ਐਲੀਗੇਸ਼ਨ ਸੀਗੇ। ਲੇਕਿਨ ਜਿੱਦਾਂ ਦਾ ਐਂ ਕਹਿ ਲਓ ਕਿ ਮੁਹੰਮ ਛੇੜੀ ਸੀ ਰਾਗੀ ਸਿੰਘਾਂ ਨੇ,
ਕਿ ਵੱਡੇ ਪੱਧਰ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ, ਇਹਨਾਂ ਨੂੰ ਕੀ ਅਖਤਿਆਰ ਹੈ, ਇਹ ਇਦਾਂ ਕਿਉਂ ਕਰਦੇ ਨੇ। ਦੇਖੋ ਅੱਜ ਦੀ ਗੱਲ ਨਹੀਂ ਹੈਗੀ, ਆਪਾਂ ਪਹਿਲਾਂ ਮੈਂ ਗੱਲ ਕਰ ਚੁੱਕਿਆ ਕਿ ਨਿਰਮਲ ਸਿੰਘ ਖਾਲਸਾ ਨੇ ਵੀ ਇਹ ਗੱਲ ਕੀਤੀ ਸੀਗੀ ਕਿ ਉੱਥੇ ਪੱਖਪਾਤ ਹੁੰਦਾ ਆ। ਤੇ ਜੇ ਪੱਖਪਾਤ ਹੁੰਦਾ, ਪਹਿਲੀ ਗੱਲ ਤਾਂ ਜੇ ਵੱਡਾ ਮਾਮਲਾ ਸੀ ਇਹਨੂੰ ਇੰਨੀ ਛੇਤੀ ਨਿਬੇੜ ਕਿਵੇਂ ਲਿਆ ਗਿਆ। ਜੇ ਇੰਨਾ ਕੁ ਮਾਮਲਾ ਸੀ ਫਿਰ ਪਹਿਲਾਂ ਹੀ ਲੌਂਗੋਵਾਲ ਸਾਹਿਬ ਜਾਂ ਜਥੇਦਾਰ ਸਾਹਿਬ ਨਾਲ ਗੱਲ ਕਰ ਲੈਣੀ ਚਾਹੀਦੀ ਸੀ ਇਕੱਠ ਦੇ ਰੂਪ ਵਿੱਚ ਹੋ ਕੇ, ਤੇ ਇਹਨੂੰ ਐਡਾ ਉਛਾਲ ਦੇਣ ਦੀ ਵੀ ਕੀ ਲੋੜ ਸੀ। ਤੇ ਇਹ ਗੱਲਾਂ ਸਾਰੀਆਂ ਜਿਹੜੀਆਂ ਹੈਗੀਆਂ ਨੇ, ਹੁਣ ਸਮਝ ਨਹੀਂ ਆਉਂਦਾ ਕਿ ਮਾਮਲਾ ਕਿਵੇਂ ਆਉਂਦਾ ਹੈ ਤੇ ਕਿਵੇਂ ਗਾਇਬ ਹੋ ਜਾਂਦਾ ਹੈ। ਜੇ ਤੁਸੀਂ ਪਿਛਲਾ ਹੀ ਗੱਲ ਕਰ ਰਹੇ ਸੀ ਜਿਹੜੀ ਆਪਾਂ ਗਾਇਬ ਹੋਏ ਸਰੂਪਾਂ ਦੀ, ਉਹ ਵੀ ਮਾਮਲਾ ਆਇਆ ਪਰ ਕਿਵੇਂ ਦੇਖੋ ਨਿਬੇੜ ਲਿਆ, ਆਪਣੇ ਅੰਦਰ ਹੀ ਸਮੇਟ ਲਿਆ। ਲੇਕਿਨ ਜੇ ਕੋਈ ਹੋਰ ਇੱਦਾਂ ਦੀ ਕੋਈ ਬੰਦਾ ਹੋਰ ਗੱਲ ਕਰਦਾ ਨਾ, ਦੂਜਾ ਬੰਦਾ ਚਾਹੇ ਉਹ ਸਿੱਖ ਪੰਥ ਦਾ ਕੋਈ ਨਾਮੀ ਪ੍ਰਚਾਰਕ, ਰਾਗੀ, ਢਾਡੀ ਕੋਈ ਹੋਰ ਹੁੰਦਾ ਜਿਹੜਾ ਇਸ ਗਲਬੇ ਤੋਂ ਬਾਹਰ ਦਾ ਸੀ, SGPC ਦੇ ਗਲਬੇ ਤੋਂ ਬਾਹਰ ਦਾ ਹੁੰਦਾ, ਤਾਂ ਉਹਦੇ ਤੇ ਦੇਖੋ ਕਿੱਡੀ ਵੱਡੀ ਰਾਜਨੀਤੀ ਹੋ ਜਾਣੀ ਸੀ। ਠੀਕ ਹੈ, ਕਈ ਤਰ੍ਹਾਂ ਦੇ ਐਕਸ਼ਨ ਲਏ ਜਾਣੇ ਸੀਗੇ। ਜਥੇਦਾਰ ਸਾਹਿਬ ਅਲੱਗ ਐਕਸ਼ਨ ਲੈਂਦੇ, ਸ਼੍ਰੋਮਣੀ ਕਮੇਟੀ ਅਲੱਗ ਐਕਸ਼ਨ ਲੈਂਦੀ, ਪਰਚੇ ਦਰਜ ਹੋ ਜਾਂਦੇ, ਪੰਥ 'ਚੋਂ ਛੇਕ ਦੇਣਾ ਸੀ, ਸਾਰੀਆਂ ਕਾਰਵਾਈਆਂ ਹੁੰਦੀਆਂ। ਲੇਕਿਨ ਆਹ ਜਿਹੜੀਆਂ ਕਾਰਵਾਈਆਂ ਨੇ ਇਹਨਾਂ ਦੇ ਉੱਤੇ ਕੁਐਸਚਨ ਮਾਰਕ ਖੜਾ ਹੁੰਦਾ ਹੈ ਕਿ ਕੇਵਲ ਦੇ ਕੇਵਲ ਜਿਹੜੇ ਆਪਣੇ ਅੰਦਰ ਇਹਨਾਂ ਦੇ ਘਪਲੇ ਉਜਾਗਰ ਹੁੰਦੇ ਨੇ, ਐਲੀਗੇਸ਼ਨ ਲੱਗਦੇ ਨੇ, ਇਹ ਉਹਨਾਂ ਦੇ ਉੱਤੇ ਕਿਉਂ ਚੁੱਪ ਕਰਦੇ ਨੇ? ਕਿਤੇ ਕਿਸੇ ਵੱਡੀ ਮੱਛੀ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰਦੇ। ਇਹ ਸਿੱਧੀ ਗੱਲ ਆਉਂਦੀ ਆ ਉਹਦੇ 'ਤੇ। ਗੱਲਬਾਤ ਆਪਾਂ ਸਮੇਤ ਸਿੰਘ ਸੈਣੀ ਦੀ ਕਰ ਲੈਂਦੇ ਹਾਂ। ਸਾਬਕਾ DGP ਸਮੇਤ ਸਿੰਘ ਸੈਣੀ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫਸੇ ਹੋਏ ਨੇ। ਉਹਨਾਂ ਨੇ ਜ਼ਮਾਨਤ ਅਰਜ਼ੀ ਲਾਈ ਹੋਈ ਸੀ ਹਾਈ ਕੋਰਟ ਦੇ ਵਿੱਚ, ਤੇ ਦੂਜੀ ਨਾਲ ਹੀ ਪਟੀਸ਼ਨ ਇਹ ਵੀ ਪਾਈ ਹੋਈ ਸੀ ਕਿ ਉਹਨਾਂ ਦਾ ਜਿਹੜਾ ਕੇਸ ਆ ਉਹ ਬਦਲ ਕੇ ਦੂਜੇ ਰਾਜ ਦੇ ਵਿੱਚ ਚਲਾਇਆ ਜਾਵੇ, ਕਿਉਂਕਿ ਇੱਥੇ ਉਹਨਾਂ ਦੇ ਨਾਲ ਧੱਕਾ ਹੋ ਸਕਦਾ। ਉਹ ਦੋਨੇ ਅਰਜ਼ੀਆਂ, ਜ਼ਮਾਨਤ ਅਰਜ਼ੀ ਤੇ ਆਹ ਕੇਸ ਬਦਲਣ ਦੀ ਜਿਹੜੀ ਅਰਜ਼ੀ ਸੀ, ਹਾਈ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ, ਜਿਹਨੂੰ ਝਟਕੇ ਦੇ ਰੂਪ ਵਿੱਚ ਦੇਖਿਆ ਜਾ ਸਕਦਾ। ਤੁਸੀਂ ਕਿਵੇਂ ਦੇਖਦੇ ਹੋ ਕਿ ਸਮੇਤ ਸਿੰਘ ਸੈਣੀ ਹੁਣ ਗ੍ਰਿਫਤਾਰੀ ਹੋ ਸਕਦੀ ਹੈ ਸਮੇਤ ਸਿੰਘ ਸੈਣੀ ਦੀ? ਦੇਖੋ ਇਹਦੇ ਬਾਰੇ ਹਾਲੇ ਕੁਝ ਕਹਿਣਾ ਮੈਂ ਕਹਿੰਦਾ ਕਿ ਉਹ ਵਾਜਬ ਨਹੀਂ ਲੱਗਦਾ। ਗ੍ਰਿਫਤਾਰੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ, ਇਹਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ। ਸਮੇਤ ਸੈਣੀ ਕੋਈ ਆਪਾਂ ਐਂ ਕਹਿ ਲਓ ਕਿ ਆਮ ਪੁਲਿਸ ਦਾ ਮੁਲਾਜ਼ਮ ਦਾ ਨਹੀਂ ਸੀ, ਪੰਜਾਬ ਦਾ DGP ਰਿਹਾ ਹੈ। ਅਤੇ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਕੋਲ ਗ੍ਰਿਫਤਾਰੀ ਤੋਂ ਬਚਣ ਲਈ ਕੋਈ ਰਾਹ ਨਹੀਂ ਹੋਊਗਾ ਜਾਂ ਕੋਈ ਹੱਥ ਕੰਡੇ ਨਹੀਂ ਅਪਣਾਉਣਗੇ ਜਾਂ ਇੱਦਾਂ ਦੀ ਕੋਈ ਤਰਕੀਬ ਜੁਗਾੜ ਨਹੀਂ ਹੋਊਗਾ, ਐਸੀ ਗੱਲ ਨਹੀਂ ਹੋ ਸਕਦੀ। ਫਿਲਹਾਲ ਤਾਂ ਇੱਕ ਸਰਵਉੱਚ ਅਦਾਲਤ ਪਈ ਹੈ, ਉੱਥੇ ਵੀ ਜਾ ਸਕਦੇ ਆ ਉਹ, ਸੁਪਰੀਮ ਕੋਰਟ ਵੀ ਜਾ ਸਕਦੇ ਆ, ਉਹ ਲੀਗਲੀ ਜਿਹੜੀ ਹੈਗੀ ਆ। ਲੇਕਿਨ ਤੁਸੀਂ ਦੇਖੋ ਕਿ ਇੱਕ ਸਿਕਿਉਰਿਟੀ ਪ੍ਰਾਪਤ ਬੰਦਾ ਰੂਪੋਸ਼ ਹੋ ਜਾਂਦਾ ਹੈ, ਠੀਕ ਹੈ, ਗ੍ਰਿਫਤਾਰੀ ਤੋਂ ਬਚਣ ਦੇ ਲਈ। ਪਰ ਉਹ ਤਾਂ ਸਿਕਿਉਰਿਟੀ ਤੋਂ ਬਿਨਾਂ ਹੋਏ ਮੇਰੇ ਕੋਲ। ਨਹੀਂ, ਸਿਕਿਉਰਿਟੀ ਤਾਂ ਹੈ ਸੀ ਨਾ ਫਿਲਹਾਲ ਉਹਨਾਂ ਦੇ ਕੋਲ। ਅਤੇ ਦੂਜੀ ਗੱਲ, ਲੋਕਡਾਊਨ ਦਾ ਸਮਾਂ ਆ, ਬਿਨਾਂ ਦੱਸੇ ਚਲੇ ਗਏ, ਠੀਕ ਹੈ, ਕਿੱਥੇ ਗਏ? ਰਾਤ ਦਾ ਕਰਫਿਊ ਲੱਗਿਆ ਹੋਇਆ। ਜੇ ਰਾਤ ਦਾ ਕਰਫਿਊ ਹੈ ਤਾਂ ਇਸ ਤਰ੍ਹਾਂ ਤੁਸੀਂ ਦੇਖ ਦਿਓ ਕਿ ਇਸ ਤਰ੍ਹਾਂ ਜੇ ਅਗਰ ਬੰਦਾ ਗਾਇਬ ਹੋ ਜਾਂਦਾ, ਕਿਸੇ ਰਸਤੇ ਤਾਂ ਗਿਆ ਹੋਊ, ਅਤੇ ਕਰਫਿਊ ਕਿਸ ਚੀਜ਼ ਦਾ ਰਹਿ ਗਿਆ? ਠੀਕ ਹੈ, ਹੁਣ ਅੱਜ ਤਾਂ ਚਾਹੇ ਢਿੱਲ ਦਿੱਤੀ ਆ, ਪਰ 7 ਤੋਂ ਸਵੇਰੇ 5 ਵਜੇ ਤੱਕ ਦੀ ਉਹ ਸੀਗੀ, ਕਰਫਿਊ ਸੀਗਾ। ਅਤੇ ਕਦੋਂ ਗਾਇਬ ਹੋ ਰਹੇ ਨੇ? ਪੂਰੀ 7 ਟੀਮਾਂ ਜਿਹੜੀਆਂ ਹੈਗੀਆਂ ਪੁਲਿਸ ਦੀਆਂ ਉਹ ਭੇਜੀਆਂ ਜਾ ਰਹੀਆਂ ਨੇ, ਦੂਜੇ ਰਾਜਾਂ 'ਚ ਵੀ ਛਾਪੇਮਾਰੀ ਕੀਤੀ ਜਾ ਰਹੀ ਆ। ਅਤੇ ਐਂ ਕਿਵੇਂ ਹੋ ਸਕਦਾ ਕਿ ਬੰਦਾ ਇੱਦਾਂ ਨਿਕਲ ਜੇ ਜਿੱਥੇ ਕਰਫਿਊ ਵਰਗਾ ਮਾਹੌਲ ਹੋਵੇ, ਲਾਕਡਾਊਨ ਵਰਗੀ ਸਥਿਤੀ ਹੋਵੇ, ਚਾਰੇ ਪਾਸੇ ਪੁਲਿਸ ਤਾਇਨਾਤ ਹੋਵੇ, ਅਤੇ ਐਂ ਕਿਵੇਂ ਨਿਕਲ ਸਕਦਾ? ਅਤੇ ਦੂਜੀ ਗੱਲ ਇਹ ਹੈ ਕਿ ਹਾਲੇ ਇਹ ਕਹਿਣਾ ਕਿ ਗ੍ਰਿਫਤਾਰੀ ਹੋ ਜੂਗੀ, ਉਹ ਨਹੀਂ, ਮੇਰੇ ਖਿਆਲ ਹਾਲੇ ਪੋਸੀਬਿਲਿਟੀ ਨਹੀਂ ਦਿਖ ਰਹੀ। ਕਿਤੇ ਨਾ ਕਿਤੇ ਜਾ ਕੇ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਚੁਫੇਰਿਓਂ ਘਿਰਿਆ ਦੇਖਿਆ ਸਮੇਤ ਸੈਣੀ ਨੇ ਕਿ ਮੈਂ ਹੁਣ ਘਿਰ ਗਿਆ, ਮੇਰੇ ਕੋਲ ਕੋਈ ਰਸਤਾ ਨਹੀਂ ਹੈਗਾ, ਮੇਰੇ ਕੋਈ ਜੁਗਾੜ ਨਹੀਂ ਲੱਗ ਰਿਹਾ, ਅਤੇ ਉਦੋਂ ਸ਼ਾਇਦ ਉਹ ਆਤਮ ਸਮਰਪਣ ਵਰਗੀ ਗੱਲ ਕਰ ਦੇਣ ਕੋਰਟ ਅੱਗੇ। ਅਦਰਵਾਈਜ਼ ਬਥੇਰੇ ਇਹਨਾਂ ਕੋਲ ਹੱਥ ਕੰਡੇ ਨੇ, ਹਲੇ ਗ੍ਰਿਫਤਾਰੀ ਤਾਂ ਬੜੀ ਦੂਰ ਦੀ ਗੱਲ ਲੱਗਦੀ ਹੈ ਹਲੇ ਫਿਲਹਾਲ। ਤਾਂ ਰਾਹਤ ਜਿਹੜੀ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਕੱਲ੍ਹ ਪੰਜਾਬ ਦੇ ਲੋਕਾਂ ਨੂੰ ਦਬਾਅ ਦੇ ਹੇਠ ਦਿੱਤੀ ਗਈ ਹੈ, ਕਿਉਂਕਿ ਬੜੇ ਦੁਕਾਨਦਾਰਾਂ ਦੇ ਵੱਲੋਂ, ਵਪਾਰੀ ਵਰਗ ਦੇ ਵੱਲੋਂ ਪੰਜਾਬ ਸਰਕਾਰ ਦੇ ਜਿਹੜਾ ਵੀਕਐਂਡ ਕਰਫਿਊ ਦਾ ਵਿਰੋਧ ਕੀਤਾ ਜਾ ਰਿਹਾ ਸੀ, ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਸੀਗਾ। ਕੀ ਤੁਹਾਨੂੰ ਲੱਗਦਾ ਕਿ ਉਹਦੇ ਪ੍ਰੈਸ਼ਰ ਹੇਠ ਹੀ ਆ ਕਿ ਕੈਪਟਨ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ? ਦੇਖੋ, ਦੋਨੋਂ ਚੀਜ਼ਾਂ ਹੋ ਸਕਦੀਆਂ ਨੇ। ਇੱਕ ਤਾਂ ਜਿੱਦਾਂ ਸੈਂਟਰ ਗੌਰਮੈਂਟ ਦੀਆਂ ਹਦਾਇਤਾਂ ਵੀ ਨੇ ਵੀ ਲੋਕਡਾਊਨ ਜਿਹੜਾ ਹੈਗਾ ਉਹਨਾਂ ਇਲਾਕਿਆਂ 'ਚ ਕੀਤਾ ਜਾਵੇ ਜਿੱਥੇ ਕੰਟੇਨਮੈਂਟ ਏਰੀਆ ਜ਼ੋਨ ਆ, ਜਿਹੜੇ ਜਿੱਦਾਂ ਹੈਗਾ ਉਹ ਐਲਾਨੇ ਗਏ ਨੇ, ਜਿੱਥੇ ਖਤਰਾ ਜ਼ਿਆਦਾ ਹੈ, ਜਿੱਥੇ ਮਰੀਜ਼ ਜ਼ਿਆਦਾ ਨੇ, ਉਹਨਾਂ ਦੇ ਵਿੱਚ ਲੋਕਡਾਊਨ ਦੀ ਜ਼ਰੂਰਤ ਹੈ। ਇੱਕ ਤਾਂ ਉਹ ਵੀ ਚੀਜ਼ ਹੈਗੀ ਆ। ਦੂਜਾ, ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਤੌਰ 'ਤੇ ਕੋਈ ਲੋਕਡਾਊਨ ਨਹੀਂ ਲਾਊਗਾ, ਉਹ ਵੀ ਹੈ। ਤੀਜੀ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਲੋਕਡਾਊਨ ਦੇ ਵਿੱਚ ਹਰ ਇੱਕ ਵਰਗ ਦੁਖੀ ਹੋ ਰਿਹਾ ਹੈ, ਠੀਕ ਹੈ, ਉਹ ਵਪਾਰੀ ਵਰਗ, ਕਾਰੋਬਾਰੀਆਂ ਦੇ ਜਾਂ ਜਿਹੜੇ ਮਜ਼ਦੂਰ ਨੇ ਜਾਂ ਜਿਹੜੇ ਹੋਰ ਛੋਟੇ ਛੋਟੇ ਕੰਮ ਕਰਕੇ ਆਪਣਾ ਰੁਜ਼ਗਾਰ ਚਲਾਉਂਦੇ ਸੀ, ਉਹਨਾਂ ਦੇ ਉੱਤੇ ਬਹੁਤ
ਵੱਡਾ ਅਸਰ ਪੈ ਰਿਹਾ, ਮੰਦਾ ਅਸਰ ਪੈ ਰਿਹਾ। ਆਰਥਿਕ ਪੱਖੋਂ ਕਮਜ਼ੋਰ ਹੁੰਦੇ ਜਾ ਰਹੇ ਨੇ ਵਿਚਾਰੇ। ਐਂ ਕਹਿ ਲਓ ਕਿ ਮੰਗਣ ਤੱਕ ਦੀ ਨੌਬਤ ਆਈ ਪਈ ਹੈ ਉਹਨਾਂ ਪਰਿਵਾਰਾਂ ਦੇ ਵਿੱਚ। ਅਤੇ ਸੋ ਉਹ ਵੀ ਚੀਜ਼ਾਂ ਜ਼ਰੂਰੀ ਨੇ, ਪਰ ਜਦੋਂ ਆਪਾਂ ਇਹ ਇੱਕੋ ਇਹ ਕਾਰਨ ਨਹੀਂ ਕਹਿ ਸਕਦੇ ਕਿ ਇਸ ਆਰਥਿਕਤਾ ਦੇ ਡਿੱਗਦੇ ਹੋਏ ਪੱਧਰ ਨੂੰ, ਜਾਂ ਲੋਕਾਂ ਦੀ ਗਰੀਬੀ ਦੇਖਦੇ, ਜਾਂ ਕਾਰੋਬਾਰ ਦੀ ਮੰਦੇ ਹਾਲਤ ਨੂੰ ਦੇਖਦੇ ਹੋਏ ਸਰਕਾਰ ਇੱਦਾਂ ਦਾ ਕਦਮ ਚੱਕਦੀ ਹੈ। ਤਾਂ ਇੱਕੋ ਇੱਕ ਕਾਰਨ ਇਹ ਨਹੀਂ ਹੋ ਸਕਦਾ, ਕਿਉਂਕਿ ਪਹਿਲਾਂ ਵੀ ਇਹ ਹਾਲਾਤ ਸੀਗੇ। ਲੋਕਾਂ ਦੀ ਪਰਵਾਹ ਫਿਲਹਾਲ ਮੇਰੇ ਖਿਆਲ ਐ ਕਹਿ ਨਹੀਂ ਸਕਦੇ ਕਿ ਆਪਾਂ ਇਹ ਆਰਥਿਕਤਾ ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਠੀਕ ਹੈ, ਲਗਾਤਾਰ ਅੰਕੜੇ ਵੱਧ ਰਹੇ ਨੇ। ਸਰਕਾਰ ਨੂੰ ਖੁਦ ਨੂੰ ਵੀ ਪੈਸੇ ਨਹੀਂ ਬਣ ਰਹੇ। ਸਰਕਾਰ ਦਾ ਖੁਦ ਦਾ ਆਪਦਾ ਰੈਵਨਿਊ ਜਿਹੜਾ ਰੁਕਿਆ ਹੈ, ਤੁਸੀਂ ਦੇਖਿਆ ਠੇਕੇ ਖੁੱਲ੍ਹੇ ਹੋਏ ਨੇ। ਹੁਣ ਸ਼ਾਇਦ ਚਲੋ ਹੁਣ ਦਿੱਤਾ ਜੋ ਵੀ ਸ਼ਨੀਵਾਰ ਖੋਲ੍ਹ ਦਿੱਤਾ ਗਿਆ ਲੋਕਡਾਊਨ, ਰਾਤ ਦਾ ਕਰਫਿਊ ਉਹਦੇ 'ਚ ਢਿੱਲ ਦੇ ਦਿੱਤੀ ਹੈ, 9:30 ਵਜੇ ਤੋਂ ਲੈ ਕੇ 5 ਵਜੇ ਤੱਕ ਕਰ ਦਿੱਤਾ ਗਿਆ। ਪਰੰਤੂ ਐਂ ਕਹਿ ਸਕਦੇ ਹਾਂ ਕਿ ਜਿੱਦਾਂ ਅੰਕੜੇ ਲਗਾਤਾਰ ਗਿਣਤੀ ਮਰੀਜ਼ਾਂ ਦੀ ਵੱਧ ਰਹੀ ਆ, ਉਹ ਕਿਤੇ ਨਾ ਕਿਤੇ ਚਿੰਤਾ ਦੀ ਹਾਲਾਤ ਜਿਹੜੇ ਪੈਦਾ ਕਰ ਰਹੀ ਹੈ। ਕਿਉਂਕਿ ਹੁਣ ਲੋਕਡਾਊਨ ਵੀ ਖੋਲ੍ਹ ਦਿੱਤਾ ਗਿਆ। ਰੈਸਟੋਰੈਂਟ ਜਾਂ ਹੋਟਲ ਨੇ ਉਹਨਾਂ ਨੂੰ ਵੀ 9 ਵਜੇ ਤੱਕ ਜਿਹੜੀ ਹੈਗੀ ਖੁੱਲ੍ਹੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਤੇ ਉਹ ਚੀਜ਼ਾਂ ਹੁਣ ਲਗਾਤਾਰ ਫਿਰ ਇੱਥੇ ਭੀੜ ਵੀ ਵਧੂਗੀ ਲੋਕਾਂ ਦੀ, ਅਤੇ ਕਿਤੇ ਜ਼ਿਆਦਾ ਗਿਣਤੀ ਨਾ ਵਧੇ ਇਹਦੇ 'ਤੇ ਲਈ ਪਰਹੇਜ਼ ਵੀ ਕਰਨਾ ਜ਼ਰੂਰੀ ਹੈ। ਲੋਕਾਂ ਨੂੰ ਆਪ ਵੀ ਚਾਹੀਦਾ ਕਿ ਇੱਦਾਂ ਦਾ ਜਿਹੜਾ ਲੋਕਡਾਊਨ ਦੀ ਸਥਿਤੀ ਨਾ ਦੁਬਾਰਾ ਪੈਦਾ ਹੋਵੇ। ਅਤੇ ਸੋ ਜਿਹੜੀਆਂ ਇੰਸਟਰਕਸ਼ਨ ਸਰਕਾਰ ਵੱਲੋਂ, ਹੈਲਥ ਡਿਪਾਰਟਮੈਂਟ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦਾ ਇੰਨ ਬਿੰਨ ਪਾਲਣ ਵੀ ਕਰਨਾ ਜ਼ਰੂਰੀ ਹੋ ਜਾਂਦਾ। ਤਾਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਧੰਨਵਾਦ ਪਰਮਿੰਦਰ ਜੀ। ਧੰਨਵਾਦ ਜੀ, ਸ਼ੁਕਰੀਆ। ਆਏ ਸਨ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ, ਜਿਨ੍ਹਾਂ ਨੇ ਇਹਨਾਂ ਖਬਰਾਂ ਦੇ ਉੱਪਰ ਮੇਰੇ ਨਾਲ ਵਿਸਤਾਰਪੂਰਵਕ ਚਰਚਾ ਕੀਤੀ। ਤੁਸੀਂ ਵੀ ਆਪਣੀ ਇਸ ਪ੍ਰੋਗਰਾਮ ਦੇ ਵਿੱਚ ਰਾਏ ਰੱਖ ਸਕਦੇ ਹੋ। ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਤੁਸੀਂ ਆਪਣੇ ਵਿਚਾਰ ਇਸ ਪ੍ਰੋਗਰਾਮ ਦੇ ਬਾਰੇ ਤੁਸੀਂ ਦੇ ਸਕਦੇ ਹੋ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਤੇ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰਨ ਲਈ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।